ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਤੇ ਪਹਿਲਾਂ ਚੋਣਵੀਆਂ ਖਬਰਾਂ। ਹਰ ਰੋਜ਼ 500 ਤੋਂ ਵਧੇਰੇ ਭਾਰਤੀ ਲੋਕ ਜਾ ਰਹੇ ਵਿਦੇਸ਼। ਹਰ ਸਾਲ 1.5 ਲੱਖ ਦੇ ਕਰੀਬ ਲੋਕ ਬਣ ਰਹੇ ਵਿਦੇਸ਼ੀ। ਕੈਨੇਡਾ ਦੇ ਵਿੱਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦੇ ਲਈ ਅਹਿਮ ਖਬਰ। ਚਾਈਨਾ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਦੇ ਲਈ ਕਰੋਨਾ ਟੈਸਟਿੰਗ ਦੇ ਫੈਸਲੇ ਦਾ ਕੀਤਾ ਗਿਆ ਬਚਾਅ। ਇੰਗਲੈਂਡ ਦੇ ਵਿੱਚ ਭਾਰਤੀ ਵਿਦਿਆਰਥੀਆਂ ਦੇ ਲਈ ਪੜ੍ਹਾਈ ਕਰਨਾ ਹੋਇਆ ਮੁਸ਼ਕਿਲ। ਅਮਰੀਕਾ 'ਚ ਬੇਰੁਜ਼ਗਾਰੀ ਦੀ ਦਰ 50 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ ਤੇ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕੀਤੀ ਲੋਕਾਂ ਨੂੰ ਅਪੀਲ। ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਤੇ ਤੂਫਾਨ ਕਾਰਨ ਨਦੀਆਂ 'ਚ ਵੱਧ ਰਿਹਾ ਪਾਣੀ। ਹੜ੍ਹ ਦਾ ਡਰ, 6 ਲੋਕਾਂ ਦੀ ਹੋ ਚੁੱਕੀ ਹੈ ਮੌਤ। ਚਾਈਨਾ ਨੇ ਵਿਦੇਸ਼ੀ ਯਾਤਰੀਆਂ ਦੇ ਲਈ ਇਕਾਂਤਵਾਸ ਕੀਤਾ ਖਤਮ। ਮਾਣ ਵਾਲੀ ਗੱਲ, ਅਮਰੀਕਾ 'ਚ ਪਹਿਲੀ ਵਾਰ ਸਿੱਖ ਮਹਿਲਾ ਜੱਜ ਨੇ ਚੁੱਕ ਲਈ ਸਹੁੰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਭਾਰਤ ਵਿੱਚ ਬੇਰੁਜ਼ਗਾਰੀ ਗਰੀਬੀ ਕਾਰਨ ਹੁਣ ਭਾਰਤੀ ਲੋਕ ਇੱਥੇ ਰਹਿਣਾ ਪਸੰਦ ਨਹੀਂ ਕਰ ਰਹੇ। ਹਰ ਸਾਲ ਕਰੀਬ ਲੱਖਾਂ ਲੋਕ ਵਿਦੇਸ਼ ਜਾ ਰਹੇ ਨੇ, ਜਿਨ੍ਹਾਂ 'ਚੋਂ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਕਸਰ ਦੇਖਦੇ ਹਾਂ ਕਿ ਅੱਜ ਦੇ ਸਮੇਂ 'ਚ ਸਕੂਲ ਕਾਲਜਿਸ ਦੇ ਨਾਲੋਂ ਜ਼ਿਆਦਾ ਸਟੂਡੈਂਟਸ ਆਇਲਸ ਸੈਂਟਰਾਂ 'ਚ ਦਿਖਾਈ ਦਿੰਦੇ ਨੇ, ਜਿੱਥੇ ਵਿਦਿਆਰਥੀ ਆਇਲਸ ਦਾ ਕੋਰਸ ਕਰਕੇ ਬਾਹਰ ਜਾ ਰਹੇ ਨੇ, ਜੋ ਕਿ ਭਾਰਤ ਦੇ ਲਈ ਇੱਕ ਬਹੁਤ ਵੱਡੀ ਤਰਾਸਦੀ ਹੈ। ਇੱਕ ਪਾਸੇ ਜਿੱਥੇ ਸਰਕਾਰ ਵਿਦੇਸ਼ੀ ਯਾਤਰੀਆਂ ਨੂੰ ਆਪਣੇ ਨਾਲ ਜੋੜਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਦੂਜੇ ਪਾਸੇ ਹਰ ਸਾਲ ਲਗਭਗ 1,80,000 ਭਾਰਤੀ ਆਪਣੀ ਨਾਗਰਿਕਤਾ ਛੱਡ ਕੇ ਵਿਦੇਸ਼ੀ ਬਣ ਰਹੇ ਨੇ। ਇਹਨਾਂ ਦੇ ਵਿੱਚੋਂ 7,000 ਲੋਕ ਅਜਿਹੇ ਨੇ ਜਿਨ੍ਹਾਂ ਦੀ ਕੁੱਲ ਜਾਇਦਾਦ 8 ਕਰੋੜ ਰੁਪਏ ਤੋਂ ਵੱਧ ਹੈ। 2020 ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ ਰਿਪੋਰਟ ਦੇ ਅਨੁਸਾਰ ਦੁਨੀਆ ਭਰ ਦੇ ਵਿੱਚ ਉੱਚ ਜਾਇਦਾਦ ਵਾਲੇ ਵਿਅਕਤੀਆਂ ਦਾ ਆਪਣੀ ਨਾਗਰਿਕਤਾ ਛੱਡਣ ਦਾ ਮੁੱਖ ਕਾਰਨ ਵੱਧ ਰਹੀ ਅਪਰਾਧ ਦਰਾਂ ਜਾਂ ਘਰ ਵਿੱਚ ਕਾਰੋਬਾਰੀ ਮੌਕਿਆਂ ਦੀ ਘਾਟ ਹੈ। ਸਾਡੇ ਦੇਸ਼ ਦੀ ਨਾਗਰਿਕਤਾ ਛੱਡਣ ਅਤੇ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਲੈਣ ਦੇ ਪਿੱਛੇ ਵੀ ਕਈ ਕਾਰਨ ਦੱਸੇ ਜਾ ਰਹੇ ਨੇ। ਔਰਤਾਂ ਤੇ ਬੱਚਿਆਂ ਦੇ ਲਈ ਸੁਰੱਖਿਅਤ ਵਾਤਾਵਰਣ ਦੀ ਭਾਲ, ਜੀਵਨ ਸ਼ੈਲੀ ਦੇ ਕਾਰਕ ਜਿਵੇਂ ਪ੍ਰਦੂਸ਼ਣ ਮੁਕਤ ਹਵਾ, ਆਰਥਿਕ ਚਿੰਤਾਵਾਂ ਜਿਵੇਂ ਕਿ ਵੱਧ ਕਮਾਈ ਅਤੇ ਘੱਟ ਟੈਕਸ। ਇਸ ਤੋਂ ਇਲਾਵਾ ਪਰਿਵਾਰ ਦੇ ਲਈ ਬਿਹਤਰ ਸਿਹਤ ਸੰਭਾਲ, ਬੱਚਿਆਂ ਦੇ ਲਈ ਵਿਦਿਅਕ ਅਤੇ ਦਮਨਕਾਰੀ ਸਰਕਾਰ ਤੋਂ ਬਚਣ ਦੇ ਕਾਰਨ। ਗਲੋਬਲ ਵੈਲਥ ਮਾਈਗ੍ਰੇਸ਼ਨ ਸਮੀਖਿਆ ਗਲੋਬਲ ਡੇਟਾ ਤੇ ਕੇਂਦਰਿਤ ਹੈ, ਪਰ ਇਸ ਦੇ ਕੁਝ ਕਾਰਕ ਭਾਰਤ ਤੇ ਵੀ ਲਾਗੂ ਹੁੰਦੇ ਨੇ। ਆਮ ਤੌਰ ਤੇ ਉਸ ਦੇਸ਼ ਜਿੱਥੇ ਭਾਰਤੀ ਲੰਬੇ ਸਮੇਂ ਤੋਂ ਆ ਰਹੇ ਨੇ ਅਤੇ ਜਿੱਥੇ ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦੇ ਦੋਸਤ ਰਹਿੰਦੇ ਨੇ, ਆਟੋਮੈਟਿਕ ਵਿਕਲਪ ਬਣ ਜਾਂਦੇ ਨੇ। ਇਸ ਤੋਂ ਇਲਾਵਾ ਲੋਕ ਉਹਨਾਂ ਦੇਸ਼ਾਂ ਵਿੱਚ ਜਾਂਦੇ ਨੇ ਜਿੱਥੇ ਕਾਗਜ਼ੀ ਕੰਮ ਆਸਾਨ ਹੁੰਦਾ ਹੈ। ਕੈਨੇਡਾ ਦੇ ਵਿੱਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਆਈ। ਕੈਨੇਡਾ ਦੇ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਜ਼ 'ਚ ਦਾਖਲਾ ਲੈਣ ਤੋਂ ਪਹਿਲਾਂ ਸਹੀ ਜਾਂਚ ਕਰਨ ਦੇ ਲਈ ਸੁਚੇਤ ਕੀਤਾ। ਇੱਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਵਰਮਾ ਨੇ ਕਿਹਾ ਕਿ ਭਾਵੇਂ ਕੈਨੇਡੀਅਨ ਸੰਸਥਾਵਾਂ ਦੇ ਵਿੱਚੋਂ 99% ਵਾਸਤਵਿਕ ਸਨ ਅਤੇ ਵਿਸ਼ਵ ਪੱਧਰੀ ਸਿੱਖਿਆ ਦੀ ਪੇਸ਼ਕਸ਼ ਕਰਦੀਆਂ ਸਨ, ਫਿਰ ਵੀ ਲਗਭਗ 10 ਨਿੱਜੀ ਸੰਸਥਾਵਾਂ ਨੇ ਝੂਠੇ ਦਾਅਵਿਆਂ ਦੇ ਨਾਲ ਕਈ ਵਿਦਿਆਰਥੀਆਂ ਨੂੰ ਫਸਾਇਆ ਸੀ। ਇਹਨਾਂ ਸੰਸਥਾਵਾਂ ਦੇ ਆਧਾਰ ਤੇ ਮੰਗੇ ਗਏ ਕਈ ਵੀਜ਼ਾ ਰੱਦ ਕਰ ਦਿੱਤੇ ਗਏ, ਜਿਸ ਦੇ ਨਾਲ ਵਿਦਿਆਰਥੀ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਪਰੇਸ਼ਾਨੀ ਹੋਈ। ਵਰਮਾ ਨੇ ਕਿਹਾ ਕਿ ਮੈਨੂੰ ਭਾਰਤ ਬਾਰੇ ਵਧੇਰੇ ਚਿੰਤਾ ਹੈ, ਜਿੱਥੇ ਭਾਰਤ ਵਿੱਚ ਬੈਠੇ ਬੇਈਮਾਨ ਏਜੰਟਾਂ ਤੇ ਭਰਤੀ ਕਰਨ ਵਾਲਿਆਂ ਦੁਆਰਾ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ। ਸਭ ਤੋਂ ਪਰੇਸ਼ਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਵਿਦਿਆਰਥੀ ਇਹਨਾਂ ਬੇਈਮਾਨ ਭਰਤੀ ਏਜੰਟਾਂ ਦੇ ਦੁਆਰਾ ਮੁਹੱਈਆ ਕਰਵਾਏ ਗਏ ਤੱਥਾਂ ਦੀ ਗਲਤ ਜਾਣਕਾਰੀ ਦੇ ਆਧਾਰ ਤੇ ਫੈਸਲੇ ਵੀ ਲੈ ਰਹੇ ਨੇ। ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਚੰਗੇ ਜੀਵਨ ਦੀ ਭਾਲ ਵਿੱਚ ਭਾਰੀ ਪੈਸਾ ਲਗਾਉਣ ਤੋਂ ਪਹਿਲਾਂ ਕੈਨੇਡਾ ਦੇ IRC, ਜੀ ਹਾਂ, ਇਮੀਗ੍ਰੇਸ਼ਨ ਰਿਫਿਊਜ਼ਲ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਆਨਲਾਈਨ ਪ੍ਰਦਾਨ ਕੀਤੀ ਗਈ ਚੈੱਕਲਿਸਟ ਦੀ ਪਾਲਣਾ ਕਰਨੀ ਚਾਹੀਦੀ ਹੈ। ਅਮਰੀਕਾ ਤੇ ਹੋਰਾਂ ਮੁਲਕਾਂ ਵਾਂਗ ਕੈਨੇਡਾ ਦੀ ਸਰਕਾਰ ਨੇ ਵੀ ਬੀਤੇ ਦਿਨੀ ਚਾਈਨਾ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦੇ ਲਈ ਕਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਸੀ, ਜਿਸ ਦਾ ਕਾਫੀ ਵਿਰੋਧ ਹੋਇਆ। ਉਧਰ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਰ ਅਲਗਬਰਾ ਨੇ ਕਰੋਨਾ ਟੈਸਟ ਲਾਗੂ ਕਰਨ ਦੇ ਸਰਕਾਰ ਫੈਸਲੇ ਦਾ ਬਚਾਅ ਕੀਤਾ। ਹਾਲਾਂਕਿ ਬਹੁਤ ਸਾਰੇ ਮਾਹਿਰਾਂ ਦਾ ਨਜ਼ਰੀਆ ਹੈ ਕਿ ਇਹ ਫੈਸਲਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਵਿੱਚ ਬਹੁਤਾ ਕਾਰਗਰ ਸਾਬਤ ਨਹੀਂ ਹੋਣਾ। ਇਸ ਸਾਲ ਭਾਰਤੀਆਂ ਨੂੰ ਯੂਕੇ ਦਾ ਵਿਦਿਆਰਥੀ ਵੀਜ਼ਾ ਸਭ ਤੋਂ ਵੱਧ ਜਾਰੀ ਕੀਤਾ ਗਿਆ, ਪਰ ਮਹਿੰਗਾਈ ਵਧਣ ਦੇ ਨਾਲ ਵਿਦਿਆਰਥੀਆਂ ਦੇ ਲਈ ਸ਼ਹਿਰਾਂ 'ਚ ਰਿਹਾਇਸ਼ ਲੱਭਣ ਤੇ ਜ਼ਿੰਦਗੀ ਦਾ ਗੁਜ਼ਾਰਾ ਕਰਨਾ ਔਖਾ ਹੋ ਗਿਆ, ਜੋ ਹਾਲ ਹੀ ਵਿੱਚ ਬਰਤਾਨੀਆ ਗਏ ਵਿਦਿਆਰਥੀਆਂ ਦੇ ਲਈ ਪੜ੍ਹਾਈ ਕਰਨਾ ਔਖਾ ਹੋ ਗਿਆ।
ਉਹਨਾਂ ਲਈ ਸਭ ਤੋਂ ਔਖਾ ਹੈ ਸਸਤਾ ਘਰ ਲੱਭਣਾ, ਜੋ ਕਿ ਮਿਲ ਹੀ ਨਹੀਂ ਰਿਹਾ। ਇਸ ਤੋਂ ਇਲਾਵਾ ਉਹਨਾਂ ਨੂੰ ਵਧੀ ਮਹਿੰਗਾਈ ਦਾ ਵੀ ਸਾਹਮਣਾ ਕਰਨਾ ਪੈ ਰਿਹਾ। 2022 ਦੇ ਵਿੱਚ ਯੂਕੇ ਦੀ ਮਹਿੰਗਾਈ ਰਿਕਾਰਡ ਤੋੜ ਰਹੀ ਹੈ। ਇਸ ਤੋਂ ਇਲਾਵਾ ਨਵੇਂ ਜਾ ਰਹੇ ਵਿਦਿਆਰਥੀਆਂ ਨੂੰ ਵੀ ਉੱਥੋਂ ਦੀ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਨਾ ਤਾਂ ਚੰਗੀ ਤਰ੍ਹਾਂ ਰਹਿ ਰਹੇ ਨੇ, ਨਾ ਹੀ ਪੜ੍ਹਾਈ ਕਰ ਪਾ ਰਹੇ ਨੇ। ਹੁਣ ਅਜਿਹੇ ਉਹਨਾਂ ਵਿਦਿਆਰਥੀਆਂ ਦੇ ਲਈ ਗੁਜ਼ਾਰਾ ਕਰਨਾ ਦਿਨੋਂ ਦਿਨ ਬਹੁਤ ਮੁਸ਼ਕਿਲ ਹੋ ਰਿਹਾ ਹੈ। ਦਸੰਬਰ ਮਹੀਨੇ ਵਿੱਚ ਅਮਰੀਕਾ 'ਚ ਬੇਰੁਜ਼ਗਾਰੀ ਦੀ ਦਰ 50 ਸਾਲ ਦੇ ਹੇਠਲੇ ਪੱਧਰ ਤੇ ਆ ਗਈ। ਦੱਸ ਦਈਏ ਕਿ ਕੋਵਿਡ-19 ਮਹਾਮਾਰੀ ਦੇ ਪ੍ਰਭਾਵਾਂ ਅਤੇ ਯੂਕਰੇਨ ਯੁੱਧ ਦੇ ਕਾਰਨ ਗਲੋਬਲ ਤੇਲ ਦੀਆਂ ਕੀਮਤਾਂ 'ਚ ਹਾਲ ਹੀ ਵਿੱਚ ਹੋਏ ਵਾਧੇ ਦਾ ਆਰਥਿਕ ਸੁਧਾਰ ਦਾ ਪੱਕਾ ਸੰਕੇਤ ਹੈ, ਪਰ ਮਹਿੰਗਾਈ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਆਪਣੀ ਟਿੱਪਣੀ ਵਿੱਚ ਦੇਸ਼ ਨੂੰ ਯਾਦ ਦਿਵਾਇਆ ਕਿ ਉਹਨਾਂ ਨੇ ਨੌਕਰੀਆਂ ਬਾਰੇ ਨਵੀਂ ਰਿਪੋਰਟ ਦਾ ਜਸ਼ਨ ਮਨਾਇਆ ਹੈ। ਬਾਈਡਨ ਨੇ ਕਿਹਾ ਕਿ ਅੱਜ ਦੀ ਰਿਪੋਰਟ ਸਾਡੀ ਅਰਥ ਵਿਵਸਥਾ ਦੇ ਲਈ ਬਹੁਤ ਵਧੀਆ ਖਬਰ ਹੈ ਤੇ ਇਸ ਗੱਲ ਦਾ ਹੋਰ ਸਬੂਤ ਹੈ ਕਿ ਆਰਥਿਕ ਯੋਜਨਾ ਕੰਮ ਕਰ ਰਹੀ ਹੈ। ਬੇਰੁਜ਼ਗਾਰੀ ਦੀ ਦਰ 50 ਸਾਲਾਂ ਵਿੱਚ ਸਭ ਤੋਂ ਘੱਟ ਹੈ। ਅਸੀਂ ਇਤਿਹਾਸ ਵਿੱਚ 2 ਵਾਰ ਨੌਕਰੀਆਂ 'ਚ ਸਭ ਤੋਂ ਵੱਧ ਮਜ਼ਬੂਤ ਸਾਲ ਪੂਰੇ ਕੀਤੇ ਤੇ ਅਸੀਂ ਇੱਕ ਤਬਦੀਲੀ ਦੇਖ ਰਹੇ ਹਾਂ। ਬਾਈਡਨ ਨੇ ਅੱਗੇ ਕਿਹਾ ਕਿ ਅਸੀਂ ਅਜੇ ਵੀ ਮਹਿੰਗਾਈ ਨੂੰ ਘਟਾਉਣ ਦੇ ਲਈ ਕੰਮ ਕਰਨਾ ਹੈ ਅਤੇ ਜ਼ਿੰਦਗੀ ਬਸਰ ਕਰਨ ਦੀ ਦਿੱਕਤ ਮਹਿਸੂਸ ਕਰ ਰਹੇ ਅਮਰੀਕੀ ਪਰਿਵਾਰਾਂ ਦੀ ਮਦਦ ਕਰਨੀ ਹੈ। ਅਸੀਂ ਸਹੀ ਦਿਸ਼ਾ ਦੇ ਵੱਲ ਵਧ ਰਹੇ ਹਾਂ। ਨਵੀਨਤਮ ਕਿਰਤ ਵਿਭਾਗ ਦੀਆਂ ਗਣਨਾਵਾਂ ਦੇ ਅਨੁਸਾਰ ਨਵੰਬਰ 'ਚ ਖਤਮ ਹੋਏ 12 ਮਹੀਨਿਆਂ ਦੇ ਲਈ ਮਹਿੰਗਾਈ 7.1% ਸੀ। ਬਾਅਦ ਵਿੱਚ ਜਨਵਰੀ ਵਿੱਚ ਇੱਕ ਨਵਾਂ ਅਨੁਮਾਨ ਆਉਣ ਦੀ ਉਮੀਦ ਹੈ। ਪਿਛਲੇ ਜੂਨ ਵਿੱਚ ਯੂਐਸ ਫੈਡ ਰਿਜ਼ਰਵ ਬੈਂਕ ਦੀ ਦਖਲਅੰਦਾਜ਼ੀ ਸ਼ੁਰੂ ਕੀਤੀ ਸੀ ਕਿਉਂਕਿ ਮਹਿੰਗਾਈ 0.75% ਵੱਧ ਕੇ 40 ਸਾਲ ਦੇ ਉੱਚ ਪੱਧਰ ਤੇ 8.6% ਤੱਕ ਪਹੁੰਚ ਗਈ, ਜੋ 1994 ਤੋਂ ਬਾਅਦ ਸਭ ਤੋਂ ਵੱਧ ਹੈ। ਦਸੰਬਰ ਦੇ ਅੰਤ ਵਿੱਚ 0.5% ਅੰਕ ਸੀ। ਅਗਲੇ 6 ਮਹੀਨਿਆਂ ਵਿੱਚ ਇਸ ਵਿੱਚ ਕੁਝ ਹੋਰ ਵਾਧਾ ਹੋ ਸਕਦਾ ਹੈ। ਆਰਥਿਕ ਅਨਿਸ਼ਚਿਤਤਾਵਾਂ ਦਾ ਸਿੱਧਾ ਨਤੀਜਾ ਮਹਿੰਗਾਈ ਨਾਲ ਪੂਰੀ ਤਰ੍ਹਾਂ ਜੁੜਿਆ ਨਹੀਂ ਹੈ। ਨਵੰਬਰ ਵਿੱਚ ਫੇਸਬੁੱਕ ਅਤੇ ਟਵਿੱਟਰ ਵਰਗੇ ਤਕਨੀਕੀ ਖੇਤਰ 'ਚ ਵੱਡੇ ਪੱਧਰ ਤੇ ਛਾਂਟੀ ਹੋਈ ਹੈ। ਸਾਲ 2022 ਦੇ ਵਿੱਚ 1,25,000 ਤੋਂ ਵੱਧ ਤਕਨੀਕੀ ਕਾਮਿਆਂ ਦੀ ਛਾਂਟੀ ਕੀਤੀ ਗਈ ਸੀ ਅਤੇ ਇਹ ਜਾਰੀ ਹੈ। ਐਮਾਜ਼ਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ 18,000 ਕਰਮਚਾਰੀਆਂ ਦੀ ਛਾਂਟੀ ਕਰ ਰਿਹਾ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਛਾਂਟੀ ਹੈ ਤੇ ਆਨਲਾਈਨ ਕੱਪੜੇ ਵਾਲੀ ਕੰਪਨੀ ਸਟਿਚ ਫਿਕਸ ਦੁਆਰਾ ਆਪਣੇ 20% ਕਰਮਚਾਰੀਆਂ ਦੀ ਛਾਂਟੀ ਕਰਨ ਤੋਂ ਇੱਕ ਦਿਨ ਬਾਅਦ ਆਇਆ ਹੈ ਅਤੇ ਕ੍ਰਿਪਟੋ ਹੋਰ 30% ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹਨਾਂ ਵਿੱਚ ਕਈ ਭਾਰਤੀ H1B ਵੀਜ਼ਾ ਧਾਰਕ ਨੇ। ਛਾਂਟੀ ਉਹਨਾਂ ਦੇ ਲਈ ਦੁਖਦਾਈ ਰਹੀ ਕਿਉਂਕਿ ਇਹ 60 ਦਿਨਾਂ ਦੇ ਅੰਦਰ ਕੋਈ ਹੋਰ ਰੋਜ਼ਗਾਰ ਦਾਤਾ ਲੱਭਣ ਦੇ ਯੋਗ ਨਾ ਹੋਣ ਤੇ ਅਮਰੀਕਾ ਵਿੱਚ ਉਹਨਾਂ ਦੇ ਠਹਿਰਨ ਦੇ ਅੰਤ ਨੂੰ ਦਰਸਾਉਂਦਾ ਹੈ। ਕੈਲੀਫੋਰਨੀਆ ਫਲੱਡ ਅਲਰਟ ਅਮਰੀਕਾ ਦਾ ਕੈਲੀਫੋਰਨੀਆ ਤੂਫਾਨੀ ਮੌਸਮ ਦਾ ਸਾਹਮਣਾ ਕਰ ਰਿਹਾ ਅਤੇ ਸ਼ਨੀਵਾਰ ਨੂੰ ਰਾਜ ਦੇ ਉੱਤਰੀ ਹਿੱਸੇ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ ਦੀਆਂ ਨਦੀਆਂ 'ਚ ਉਛਾਲ ਹੈ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਦੱਸਦੇ ਹੈ ਕਿ ਪਿਛਲੇ ਕਈ ਦਿਨਾਂ ਤੋਂ ਤੂਫਾਨੀ ਮੌਸਮ ਕਾਰਨ ਰਾਜ ਅਲਰਟ ਮੋਡ ਤੇ ਹੈ। ਕੈਲੀਫੋਰਨੀਆ ਦੇ ਖਾੜੀ ਖੇਤਰ ਦੇ ਲਈ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਐਤਵਾਰ ਅਤੇ ਸੋਮਵਾਰ ਨੂੰ ਭਾਰੀ ਤੂਫਾਨ ਦੇ ਨਾਲ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਰਾਸ਼ਟਰੀ ਮੌਸਮ ਸੇਵਾ ਵਿਭਾਗ ਦੇ ਮੁਤਾਬਕ ਬੁੱਧਵਾਰ ਤੱਕ 15 ਤੋਂ 30 ਸੈਂਟੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਲਾਸ ਐਂਜਲਸ ਖੇਤਰ ਵਿੱਚ ਵੀਕਐਂਡ ਲਈ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਕੈਲੀਫੋਰਨੀਆ ਦੇ ਵਿੱਚ ਤੂਫਾਨ ਕਾਰਨ ਹਜ਼ਾਰਾਂ ਲੋਕ ਹਨੇਰੇ 'ਚ ਰਹਿਣ ਦੇ ਲਈ ਮਜਬੂਰ ਨੇ। ਤੂਫਾਨ ਕਾਰਨ ਕਈ ਇਲਾਕਿਆਂ 'ਚ ਬਿਜਲੀ ਕੱਟ ਦਿੱਤੀ ਗਈ ਹੈ। ਸੜਕਾਂ ਤੇ ਪਾਣੀ ਭਰ ਗਿਆ, ਬੀਚਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ 26 ਦਸੰਬਰ ਤੋਂ ਹੁਣ ਤੱਕ ਸਾਨ ਫਰਾਂਸਿਸਕੋ ਵਿੱਚ 25 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਚੁੱਕਿਆ, ਜਦਕਿ ਪੂਰਬੀ ਸਿਏਰਾ ਦੇ ਇੱਕ ਪ੍ਰਸਿੱਧ ਸਕੀ ਖੇਤਰ ਮੈਥਨ ਮਾਊਂਟੇਨ ਦੇ ਵਿੱਚ ਲਗਭਗ 10 ਫੁੱਟ ਬਰਫ਼ ਪਈ ਹੈ। ਜ਼ਰੂਰੀ ਗੱਲ ਇਹ ਹੈ ਕਿ ਇਹ ਤੂਫਾਨ ਕੈਲੀਫੋਰਨੀਆ ਵਿੱਚ ਚੱਲ ਰਹੇ ਸੋਕੇ ਨੂੰ ਅਧਿਕਾਰਤ ਤੌਰ ਤੇ ਖਤਮ ਕਰਨ ਦੇ ਲਈ ਵੀ ਨਾਕਾਫੀ ਰਿਹਾ। ਚਾਈਨਾ ਨੇ 3 ਸਾਲਾਂ ਬਾਅਦ ਕੌਮਾਂਤਰੀ ਯਾਤਰੀਆਂ ਨੂੰ ਬਿਨਾਂ ਇਕਾਂਤਵਾਸ ਦੀ ਸ਼ਰਤ ਤੋਂ ਮੁਲਕ ਵਿੱਚ ਦਾਖਲ ਹੋਣ ਦੀ ਆਗਿਆ ਦੇ ਦਿੱਤੀ। ਇਸ ਤੋਂ ਇਲਾਵਾ ਬਾਹਰੋਂ ਆ ਰਹੇ ਦੇਸ਼ ਵਾਸੀਆਂ ਨੂੰ ਵੀ ਇਕਾਂਤਵਾਸ ਨਹੀਂ ਕੀਤਾ ਗਿਆ। ਦੇਸ਼ ਵਿੱਚ ਕੇਸ ਹਾਲਾਂਕਿ ਜ਼ੀਰੋ ਕੋਵਿਡ ਨੀਤੀ ਖਤਮ ਹੋਣ ਤੋਂ ਬਾਅਦ ਵੱਧ ਰਹੇ ਨੇ। ਚੀਨ ਵੱਲੋਂ ਕੁਆਰੰਟਾਈਨ ਦੀ ਸ਼ਰਤ ਖਤਮ ਕੀਤੇ ਜਾਣ ਤੋਂ ਬਾਅਦ ਪਹਿਲੀਆਂ ਉਡਾਣਾਂ ਗੁਆਂਗਜ਼ੂ ਤੇ ਸ਼ੇਨਚੇ ਹਵਾਈ ਅੱਡਿਆਂ ਤੇ ਉਤਰੀਆਂ। ਅਧਿਕਾਰੀਆਂ ਨੇ ਦੱਸਿਆ ਕਿ 2 ਉਡਾਣਾਂ 387 ਯਾਤਰੀਆਂ ਨਾਲ ਟੋਰਾਂਟੋ ਤੇ ਸਿੰਗਾਪੁਰ ਤੋਂ ਆਈਆਂ। ਹਾਂਗਕਾਂਗ ਨੇ ਵੀ ਚੀਨ ਦੇ ਲਈ ਉਡਾਣਾਂ ਆਰੰਭ ਦਿੱਤੀਆਂ ਨੇ। ਜ਼ਿਕਰਯੋਗ ਹੈ ਕਿ ਚੀਨ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀਗਾ ਕਿ ਉਹ ਕੋਵਿਡ ਦੀਆਂ ਪਾਬੰਦੀਆਂ ਹਟਾ ਰਿਹਾ। ਇਹਨਾਂ ਪਾਬੰਦੀਆਂ ਤਹਿਤ ਟੈਸਟ ਤੇ ਇਕਾਂਤਵਾਸ ਦੀਆਂ ਸ਼ਰਤਾਂ ਰੱਖੀਆਂ ਗਈਆਂ ਸਨ। ਚੀਨ ਆ ਰਹੇ ਯਾਤਰੀਆਂ ਨੂੰ ਹੁਣ ਉਡਾਣ ਤੋਂ 48 ਘੰਟੇ ਪਹਿਲਾਂ ਤੱਕ ਦਾ PCR ਟੈਸਟ ਦਿਖਾਉਣਾ ਹੋਏਗਾ। ਉਹਨਾਂ ਨੂੰ ਹੁਣ ਚੀਨ ਦੇ ਕੂਟਨੀਤਿਕ ਤੇ ਕੌਂਸਲਰ ਮਿਸ਼ਨਾਂ ਦੇ ਵਿੱਚ ਹੈਲਥ ਕੋਡ ਦੇ ਲਈ ਅਰਜ਼ੀ ਨਹੀਂ ਦੇਣੀ ਪਏਗੀ। ਚਾਈਨਾ ਦੀ ਸਰਕਾਰ ਨੇ ਸ਼ਨੀਵਾਰ ਉਹਨਾਂ ਸਾਰੇ ਲੋਕਾਂ ਨੂੰ ਰਿਹਾ ਕਰਨ ਦੇ ਵੀ ਹੁਕਮ ਦਿੱਤੇ ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਨਾਲ ਜੁੜੀਆਂ ਘਟਨਾਵਾਂ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਦੱਸਣਯੋਗ ਹੈ ਕਿ
ਕਿ ਚਾਈਨਾ ਨੇ ਕੇਸ ਵਧਣ ਦੇ ਬਾਵਜੂਦ ਯਾਤਰਾ ਨਾਲ ਜੁੜੇ ਨਿਯਮ ਖੜੇ ਕੀਤੇ ਨੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਓਮਿਕਰੋਨ ਕੋਵਿਡ ਦੇ ਡੈਲਟਾ ਸਰੂਪ ਜਿੰਨਾ ਖਤਰਨਾਕ ਨਹੀਂ ਹੈ, ਜਿਸ ਕਾਰਨ ਸੰਸਾਰ ਵਿੱਚ ਜ਼ਿਆਦਾਤਰ ਮੌਤਾਂ ਹੋਈਆਂ ਸੀ। ਜ਼ਿਕਰਯੋਗ ਹੈ ਕਿ ਚਾਈਨਾ ਦੇ ਵਿੱਚ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰੇ ਹੋਏ ਸੀਗੇ ਤੇ ਲੋਕ ਸੜਕਾਂ ਉੱਤੇ ਆ ਗਏ ਸੀ। ਹਾਲ ਵਿੱਚ WHO ਨੇ ਚਾਈਨਾ ਦੇ ਸਿਹਤ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਉਹਨਾਂ ਨੂੰ ਕੋਵਿਡ ਦੇ ਅੰਕੜਿਆਂ ਦੇ ਵਿੱਚ ਪਾਰਦਰਸ਼ਤਾ ਰੱਖਣ ਦੇ ਲਈ ਕਿਹਾ ਸੀ। ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਉਂਟੀ ਦੇ ਜੱਜ ਵਜੋਂ ਸਹੁੰ ਚੁੱਕ ਲਈ ਹੈ। ਉਹ ਜੱਜ ਬਣਨ ਵਾਲੇ ਪਹਿਲੇ ਅਮਰੀਕੀ ਮਹਿਲਾ ਸਿੱਖ ਨੇ ਔਰ ਮਨਪ੍ਰੀਤ ਮੋਨਿਕਾ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਣ ਅਮਰੀਕਾ ਦੇ ਟੈਕਸਾਸ ਸੂਬੇ ਦੇ ਹਿਊਸਟਨ 'ਚ ਹੋਇਆ ਸੀ ਅਤੇ ਉਹ ਆਪਣੇ ਪਤੀ ਅਤੇ 2 ਬੱਚਿਆਂ ਦੇ ਨਾਲ ਬਲੇਅਰ 'ਚ ਰਹਿੰਦੇ ਨੇ। ਉਹਨਾਂ ਨੇ ਸ਼ੁੱਕਰਵਾਰ ਨੂੰ ਟੈਕਸਾਸ ਵਿੱਚ ਲਾਅ ਨੰਬਰ 4 'ਚ ਹੈਰਿਸ ਕਾਉਂਟੀ ਸਿਵਲ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ। ਮੋਨਿਕਾ ਸਿੰਘ ਦੇ ਪਿਤਾ 1970 ਦੇ ਸ਼ੁਰੂ ਦੇ ਵਿੱਚ ਅਮਰੀਕਾ ਪਹੁੰਚੇ ਸਨ। ਅਮਰੀਕਾ 'ਚ ਲਾਸ ਵੇਗਾਸ ਦੇ ਉੱਤਰ ਦੇ ਵਿੱਚ ਇੱਕ ਹਾਈਵੇ ਤੇ ਸ਼ਨੀਵਾਰ ਨੂੰ ਐਮਰਜੈਂਸੀ ਲੈਂਡਿੰਗ ਦੇ ਦੌਰਾਨ ਇੱਕ ਛੋਟੇ ਜਹਾਜ਼ ਦੀ SUV ਦੇ ਨਾਲ ਟੱਕਰ ਹੋ ਗਈ, ਜਿਸ ਕਾਰਨ 3 ਲੋਕ ਜ਼ਖਮੀ ਹੋਏ। ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਨਿਵਾਦਾ ਸੂਬੇ ਦੀ ਪੁਲਿਸ ਨੇ ਕਿਹਾ ਕਿ 2 ਸੀਟਾਂ ਵਾਲੇ ਜਹਾਜ਼ ਦੇ ਵਿੱਚ ਮੈਕੈਨੀਕਲ ਸਮੱਸਿਆ ਸੀ ਅਤੇ ਉਸ ਨੂੰ US 95 ਹਾਈਵੇ ਤੇ ਉਤਰਨਾ ਪਿਆ। ਜਾਂਚ ਏਜੰਸੀ ਨੇ ਟਵਿੱਟਰ ਤੇ ਤਸਵੀਰਾਂ ਪੋਸਟ ਕੀਤੀਆਂ ਜਿਸ ਵਿੱਚ ਜਹਾਜ਼ ਦੇ ਪੱਖੇ ਨਾਲ ਟਕਰਾਉਣ ਤੋਂ ਬਾਅਦ SUV ਦੀ ਵਿੰਡਸ਼ੀਲਡ ਟੁੱਟੀ ਹੋਈ ਦਿਖਾਈ ਦੇ ਰਹੀ ਹੈ। ਜਹਾਜ਼ ਹਾਈਵੇ ਦੇ ਖੱਬੇ ਪਾਸੇ ਸੀ। ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਜਾਨ ਨੂੰ ਖਤਰਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਘਟਨਾ ਦੀ ਜਾਂਚ ਦੌਰਾਨ ਹਾਈਵੇ ਦਾ ਦੱਖਣ ਵੱਲ ਜਾਣ ਵਾਲਾ ਹਿੱਸਾ ਖੁੱਲ੍ਹਾ ਹੋਇਆ ਹੈ। ਹਾਲਾਂਕਿ ਉਹਨਾਂ ਨੇ ਕੋਈ ਹੋਰ ਵੇਰਵੇ ਸਾਂਝੇ ਨਹੀਂ ਕੀਤੇ। ਟਵਿੱਟਰ ਦੇ CEO ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਯਾਨੀ ਕਿ ਦੂਜੇ ਨੰਬਰ ਤੇ ਆਉਣ ਵਾਲੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਇੱਕ ਵਾਰ ਫਿਰ ਟਵਿੱਟਰ ਵਿੱਚ ਸ਼ਾਂਤੀ ਕੀਤੀ ਹੈ। ਸਮਾਚਾਰ ਏਜੰਸੀ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਐਲਨ ਮਸਕ ਨੇ ਟਵਿੱਟਰ ਦੇ ਖਰਚੇ ਘੱਟ ਕਰਨ ਦੇ ਲਈ ਆਪਣੇ ਦੋਹਾਂ ਦੇਸ਼ਾਂ ਦੇ ਦਫ਼ਤਰ 2 ਦਰਜਨ ਭਰ ਕਰਮਚਾਰੀਆਂ ਨੂੰ ਕੱਢ ਦਿੱਤਾ। ਇਹ ਦੇਸ਼ ਸਿੰਗਾਪੁਰ ਅਤੇ ਡਬਲਿਨ ਨੇ। ਇਸ ਸ਼ਾਂਤੀ ਦੇ ਵਿੱਚ ਕੰਪਨੀ ਦੇ ਕਈ ਐਗਜ਼ੀਕਿਊਟਿਵ ਵੀ ਆਪਣੀਆਂ ਨੌਕਰੀਆਂ ਗਵਾ ਚੁੱਕੇ ਨੇ। ਧਿਆਨ ਦੇਣ ਯੋਗ ਹੈ ਕਿ ਇਸ ਵਾਰ ਸ਼ਾਂਤੀ ਗਲੋਬਲ ਕੰਟੈਂਟ ਮੋਡਰੇਸ਼ਨ ਟੀਮ ਅਤੇ ਟਰਸਟ ਵਿੱਚ ਕੀਤੀ ਗਈ ਹੈ, ਜੋ ਨਫ਼ਰਤ ਭਰੇ ਭਾਸ਼ਣਾਂ ਦੇ ਮਾਮਲਿਆਂ ਨੂੰ ਦੇਖਦੀ ਹੈ। ਇਸ ਦੇ ਨਾਲ ਇਕਨੋਮਿਕ ਟਾਈਮਜ਼ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਇਸ ਵਾਰ ਐਲਨ ਮਸਕ ਨੇ ਏਸ਼ੀਆਈ ਪੈਸੀਫਿਕ ਰੀਜਨ ਦੇ ਸਾਈਡ ਇੰਟੀਗ੍ਰਿਟੀ ਦੇ ਮੁਖੀ ਨੂਰ ਅਜ਼ਹਰ ਬਿਨ ਆਯੂਬ ਅਤੇ ਰੈਵਨਿਊ ਪਾਲਿਸੀ ਦੀ ਸੀਨੀਅਰ ਡਾਇਰੈਕਟਰ ਐਨਾ ਲੋਇਸ ਨੂੰ ਬਰਖਾਸਤ ਕਰ ਦਿੱਤਾ। ਇਸ ਤੋਂ ਇਲਾਵਾ ਮਸਕ ਨੇ ਸਟੇਟ ਮੀਡੀਆ, ਮਿਸ ਇਨਫੋਰਮੇਸ਼ਨ ਪਾਲਿਸੀ ਅਤੇ ਗਲੋਬਲ ਅਪੀਲ 'ਚ ਵੀ ਕੰਮ ਕਰਨ ਵਾਲੇ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਧਿਆਨ ਦੇਣ ਯੋਗ ਹੈ ਕਿ ਸਾਲ 2022 ਦੇ ਵਿੱਚ ਕੰਪਨੀ ਪਹਿਲਾਂ ਹੀ 50% ਕਰਮਚਾਰੀਆਂ ਦੀ ਛਾਂਟੀ ਕਰ ਚੁੱਕੀ ਹੈ। ਇਸ ਕਾਰਨ ਮੁਲਾਜ਼ਮਾਂ ਤੇ ਕੰਮ ਦਾ ਬੋਝ ਪਹਿਲਾਂ ਹੀ ਕਾਫੀ ਵੱਧ ਗਿਆ। ਅਕਤੂਬਰ 2022 ਦੇ ਵਿੱਚ ਐਲਨ ਮਸਕ ਨੇ ਟਵਿੱਟਰ ਨੂੰ ਸੰਭਾਲਿਆ। ਮਸਕ ਨੇ ਟਵਿੱਟਰ ਨੂੰ $44 ਬਿਲੀਅਨ 'ਚ ਖਰੀਦਿਆ। ਉਦੋਂ ਤੋਂ ਇਸ ਸੋਸ਼ਲ ਮੀਡੀਆ ਪਲੇਟਫਾਰਮ ਦੇ ਵਿੱਚ ਲਗਾਤਾਰ ਬਦਲਾਅ ਜਾਰੀ ਨੇ। ਟਵਿੱਟਰ ਨੇ ਨਵੰਬਰ ਮਹੀਨੇ 'ਚ ਆਪਣੇ ਲਗਭਗ 50% ਕਰਮਚਾਰੀਆਂ ਨੂੰ ਨੌਕਰੀ 'ਚੋਂ ਕੱਢਿਆ ਸੀ। ਅਜਿਹੇ 'ਚ 3700 ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ। ਇਸ ਤੋਂ ਬਾਅਦ ਮਸਕ ਨੇ ਬਲੂ ਟਿਕ ਪੇਡ ਸਬਸਕ੍ਰਿਪਸ਼ਨ ਸਰਵਿਸ ਲਾਂਚ ਕੀਤੀ। ਇਸ ਦੇ ਜ਼ਰੀਏ ਕੰਪਨੀ ਆਪਣੇ ਟਵਿੱਟਰ ਬਲੂ ਟਿਕ ਯੂਜ਼ਰਸ ਤੋਂ ਹਰ ਮਹੀਨੇ ਚਾਰਜ ਕਰੇਗੀ। ਇਸ ਦੇ ਲਈ ਐਂਡਰੋਇਡ ਉਪਭੋਗਤਾਵਾਂ ਨੂੰ ਬਲੂ ਟਿਕ ਦੇ ਲਈ ਪ੍ਰਤੀ ਮਹੀਨਾ $8 ਦੀ ਫੀਸ ਅਦਾ ਕਰਨੀ ਪਏਗੀ। ਇਸ ਦੇ ਨਾਲ ਹੀ ਆਈਫੋਨ ਯੂਜ਼ਰਸ ਨੂੰ ਇਸ ਦੇ ਲਈ ਹਰ ਮਹੀਨੇ $11 ਦਾ ਭੁਗਤਾਨ ਕਰਨਾ ਹੋਏਗਾ। ਮਸਕ ਇਹਨਾਂ ਫੈਸਲਿਆਂ ਰਾਹੀਂ ਆਪਣੇ ਟਵਿੱਟਰ ਸੌਦੇ ਦੀ ਕੀਮਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਹਫ਼ਤੇ ਤੋਂ ਅਮਰੀਕਾ ਦੇ ਪਬਲਿਕ ਹੈਲਥ ਡਿਪਾਰਟਮੈਂਟ ਨੇ ਪ੍ਰਾਚੂਨ ਫਾਰਮੇਸੀ ਦੀਆਂ ਦੁਕਾਨਾਂ ਨੂੰ ਪਰਚੇ ਦੇ ਆਧਾਰ ਤੇ ਗਰਭਪਾਤ ਦੀਆਂ ਗੋਲੀਆਂ ਵੇਚਣ ਦੀ ਆਗਿਆ ਦੇ ਦਿੱਤੀ ਹੈ। ਪਿਛਲੇ ਸਾਲ ਅਮਰੀਕਾ ਦੇ ਕਈ ਸੂਬਿਆਂ ਦੇ ਵਿੱਚ ਗਰਭਪਾਤ ਤੇ ਪਾਬੰਦੀ ਲਗਾਈ ਗਈ ਸੀ, ਪਰ ਕੁਝ ਸੂਬਿਆਂ 'ਚ ਗਰਭਪਾਤ ਤੇ ਪਾਬੰਦੀ ਨਹੀਂ ਹੈ। ਅਜਿਹੇ 'ਚ ਸਰਕਾਰ ਨੇ ਗਰਭਪਾਤ ਦੀਆਂ ਗੋਲੀਆਂ ਵੇਚਣ ਦੀ ਆਗਿਆ ਦੇ ਦਿੱਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਅਹਿਮ ਸਾਬਤ ਹੋਏਗਾ। ਦਰਅਸਲ ਪਿਛਲੇ ਸਾਲ ਅਮਰੀਕੀ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਦਿੰਦੇ ਹੋਏ ਗਰਭਪਾਤ ਦੇ ਸੰਵਿਧਾਨਕ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ। ਇਸ ਫੈਸਲੇ ਤੋਂ ਬਾਅਦ ਅਮਰੀਕਾ ਦੇ ਵਿੱਚ ਵੱਡਾ ਮੁੱਦਾ ਬਣ ਗਿਆ ਸੀ। US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਯਾਨੀ ਕਿ FDA ਨੇ ਇੱਕ ਨਿਯਮ ਦੇ ਵਿੱਚ ਬਦਲਾਅ ਕੀਤਾ, ਜਿਸ ਵਿੱਚ ਪ੍ਰਾਚੂਨ ਫਾਰਮੇਸੀਆਂ, ਵੱਡੀਆਂ ਚੇਨ ਅਤੇ ਮੇਲ ਆਰਡਰ ਕੰਪਨੀਆਂ ਸਮੇਤ ਗਰਭਪਾਤ ਦੀਆਂ ਗੋਲੀਆਂ ਵੇਚਣ ਦੀ ਆਗਿਆ ਦਿੱਤੀ ਗਈ ਹੈ। FDA ਨੇ ਫਾਰਮੇਸਿਸਟ ਨੂੰ ਮਾਈਫਪ੍ਰੇਸਟੋਨ ਡਰੱਗ ਰੱਖਣ ਦੀ ਆਗਿਆ ਦਿੱਤੀ ਹੈ। ਮਾਈਫਪ੍ਰੇਸਟੋਨ ਦਵਾਈ ਗਰਭ ਅਵਸਥਾ ਦੀ ਸੰਭਾਵਨਾ ਨੂੰ ਰੋਕਦੀ ਹੈ। ਨਿਊਪੋਰਟ ਨਿਊਜ਼ ਦੇ ਰਿਚਨੈਕ ਐਲੀਮੈਂਟਰੀ ਸਕੂਲ ਵਿੱਚ ਬੀਤੇ ਦਿਨ ਇੱਕ 6 ਸਾਲਾ ਵਿਦਿਆਰਥੀ ਵੱਲੋਂ ਆਪਣੇ ਅਧਿਆਪਕਾਂ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਪੁਲਿਸ ਮੁਖੀ ਸਟੀਵ ਡਰਿਊ ਨੇ ਵਿਦਿਆਰਥੀਆਂ ਦੇ ਪੁਲਿਸ ਹਿਰਾਸਤ 'ਚ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ
ਕਿ ਅਸੀਂ ਆਪਣੇ ਵਕੀਲ ਤੇ ਹੋਰਨਾਂ ਨਾਲ ਸੰਪਰਕ 'ਚ ਹਾਂ ਤਾਂ ਜੋ ਇੰਨੀ ਛੋਟੀ ਉਮਰ ਦੇ ਵਿਦਿਆਰਥੀਆਂ ਵੱਲੋਂ ਗੋਲੀ ਚਲਾਉਣ ਦੇ ਮਾਮਲੇ ਨੂੰ ਠੀਕ ਢੰਗ ਨਾਲ ਨਜਿੱਠਿਆ ਜਾ ਸਕੇ। ਸਟੀਵ ਨੇ ਇਹ ਸਪਸ਼ਟ ਕੀਤਾ ਹੈ ਕਿ ਵਿਦਿਆਰਥੀ ਤੇ ਅਧਿਆਪਕ ਵਿਚਾਲੇ ਬਹਿਸ ਹੋਈ ਸੀ, ਜਿਸ ਉਪਰੰਤ ਵਿਦਿਆਰਥੀ ਨੇ ਹਥਿਆਰ ਨਾਲ ਇੱਕ ਗੋਲੀ ਚਲਾਈ ਸੀ ਜੋ ਸਿੱਧੀ ਅਧਿਆਪਕ ਨੂੰ ਲੱਗੀ ਸੀ। ਉਹਨਾਂ ਨੇ ਕਿਹਾ ਕਿ ਇਹ ਅਚਨਚੇਤ ਗੋਲੀ ਚੱਲਣ ਦਾ ਮਾਮਲਾ ਨਹੀਂ ਸੀ। ਹਾਲਾਂਕਿ ਪੁਲਿਸ ਨੇ ਅਧਿਆਪਕ ਤੇ ਵਿਦਿਆਰਥੀ ਦੇ ਨਾਂ ਨਸ਼ਰ ਹੱਲੇ ਤੱਕ ਨਹੀਂ ਕੀਤੇ, ਪਰੰਤੂ ਜੇਮਸ ਮੈਡੀਸਨ ਯੂਨੀਵਰਸਿਟੀ ਜਿੱਥੋਂ ਅਧਿਆਪਕ ਨੇ ਸਿੱਖਿਆ ਪ੍ਰਾਪਤ ਕੀਤੀ ਹੈ, ਉਹਨਾਂ ਨੇ ਅਧਿਆਪਕ ਦੀ ਪਛਾਣ ਐਵੀ ਵਰਨਰ ਵਜੋਂ ਕਰ ਦਿੱਤੀ ਹੈ। ਅਧਿਆਪਕ ਦੀ ਹਾਲਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਔਰ ਪੁਲਿਸ ਮੁਖੀ ਨੇ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵਿਦਿਆਰਥੀ ਕੋਲੋਂ ਹਥਿਆਰ ਆਇਆ ਕਿੱਥੇ। ਇਹ ਅਜੇ ਤੱਕ ਸਪਸ਼ਟ ਨਹੀਂ ਹੋ ਰਿਹਾ, ਅਜੇ ਤੱਕ ਇਸ ਦੀ ਜਾਂਚ ਜਾਰੀ ਹੈ। ਨਿਊਪੋਰਟ ਨਿਊਜ਼ ਦੇ ਮੇਅਰ ਫਿਲਿਪ ਡੀ ਜੌਨਸ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਮੁੱਚਾ ਭਾਈਚਾਰਾ ਸਦਮੇ 'ਚ ਇੱਕ 6 ਸਾਲ ਦੇ ਪਹਿਲੀ ਸ਼੍ਰੇਣੀ ਦੇ ਵਿਦਿਆਰਥੀ ਵੱਲੋਂ ਭਰੀ ਹੋਈ ਹੈਂਡਗਨ ਸਕੂਲ ਲਿਆਉਣਾ ਤੇ ਅਧਿਆਪਕ ਦੇ ਗੋਲੀ ਮਾਰਨ ਦੀ ਗੱਲ ਸਾਡੇ ਗਲੇ ਵਿੱਚੋਂ ਨਹੀਂ ਉਤਰਦੀ, ਪਰੰਤੂ ਇਹ ਸੱਚ ਹੈ ਕਿ ਸਾਡਾ ਭਾਈਚਾਰਾ ਇਸ ਸਮੱਸਿਆ ਦੇ ਨਾਲ ਜੂਝ ਰਿਹਾ। ਇਨਸਾਨ ਦੀ ਕਿਸਮਤ ਕਦੋਂ ਬਦਲ ਜਾਏ ਇਹ ਉਸ ਨੂੰ ਖੁਦ ਨਹੀਂ ਪਤਾ ਹੁੰਦਾ। ਕਿਸਮਤ ਪਲ ਦਾ ਬਾਦਸ਼ਾਹ ਬਣ ਸਕਦੀ ਹੈ। ਇਹ ਅਜਿਹਾ ਕ੍ਰਿਸ਼ਮਾ ਦਿਖਾ ਦਿੰਦੀ ਹੈ ਜਿਸ ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਦਰਅਸਲ ਇੱਕ ਔਰਤ ਦੀ ਕਿਸਮਤ ਨੇ ਅਜਿਹਾ ਮੋੜ ਲਿਆ ਕਿ ਉਹ ਕੁਝ ਹੀ ਦਿਨਾਂ ਦੇ ਵਿੱਚ ਕਰੋੜਪਤੀ ਬਣ ਗਈ। ਦਰਅਸਲ ਅਮਰੀਕਾ ਦੇ ਕੈਰੋਲੀਨਾ 'ਚ ਰਹਿਣ ਵਾਲੀ ਇੱਕ ਔਰਤ ਇੰਨੀ ਖੁਸ਼ਕਿਸਮਤ ਸੀਗੀ ਕਿ ਉਸਨੇ ਮਹੀਨੇ 'ਚ 2 ਵਾਰ ਲੋਟਰੀ ਜਿੱਤੀ ਹੈ ਅਤੇ ਕੁਝ ਹੀ ਦਿਨਾਂ ਦੇ ਵਿੱਚ ਉਹ ਕਰੋੜਪਤੀ ਬਣ ਗਈ ਹੈ। 40 ਸਾਲਾ ਕੀਨੀਆ ਸਲੋਨ ਦੀ ਪਹਿਲੀ ਲੋਟਰੀ 8 ਕਰੋੜ ਦੀ ਸੀ, ਜਦਕਿ ਕੁਝ ਹਫ਼ਤਿਆਂ ਬਾਅਦ ਫਿਰ ਤੋਂ 16 ਕਰੋੜ ਦੀ ਲੋਟਰੀ ਲੱਗੀ, ਜਿਸ ਤੋਂ ਬਾਅਦ ਉਸਨੂੰ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਔਰਤ ਕਿਹਾ ਜਾ ਰਿਹਾ। ਔਰਤ ਨੇ ਅਗਸਤ ਦੇ ਵਿੱਚ ਪਹਿਲੀ ਵਾਰ 8 ਕਰੋੜ ਦੀ ਲੋਟਰੀ ਜਿੱਤੀ, ਜਿਸ ਤੋਂ ਬਾਅਦ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਪਰ ਉਸਨੂੰ ਇਹ ਨਹੀਂ ਪਤਾ ਸੀਗਾ ਕਿ ਉਸਦੀ ਕਿਸਮਤ ਇੰਨੀ ਦਿਨੀ ਉਸਦੀ ਬਹੁਤ ਮਿਹਰਬਾਨ ਵੀ ਹੈ। ਕੁਝ ਲੋਕ ਸਾਰੀ ਉਮਰ ਲੋਟਰੀਆਂ ਖਰੀਦਦੇ ਨੇ ਪਰ ਕਦੇ ਵੀ ਅਜਿਹਾ ਨਹੀਂ ਹੁੰਦਾ, ਨਜ਼ਰ ਨਹੀਂ ਆਉਂਦਾ। ਪਰ ਕੀਨੀਆ ਦੀ ਕਿਸਮਤ ਅਜਿਹੀ ਸੀ ਕਿ ਕੈਰੋਲੀਨਾ ਜੈਕਪਾਟ ਜਿੱਤਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਉਸਨੇ 16 ਕਰੋੜ ਦੀ ਦੂਜੀ ਡਾਇਮੰਡ ਡੈਜ਼ਲਰ ਲੋਟਰੀ ਜਿੱਤੀ ਅਤੇ ਉਹ ਕੁਝ ਹੀ ਦਿਨਾਂ ਦੇ ਵਿੱਚ ਕਰੋੜਪਤੀ ਬਣੀ ਹੈ। ਲੋਟਰੀ ਟਿਕਟ ਦੇ ਲਈ ਜਿਸਨੇ ਕੀਨੀਆ ਨੇ 8 ਕਰੋੜ ਦਾ ਜੈਕਪਾਟ ਜਿੱਤਿਆ, ਉਸਨੇ ਕੇਵਲ ਭਾਰਤ ਦੀ ਕਰੰਸੀ ਦੇ ਹਿਸਾਬ ਨਾਲ 800 ਰੁਪਏ ਖਰਚ ਕੀਤੇ। ਕੀਨੀਆ ਦੱਸਦੀ ਹੈ ਕਿ ਉਸਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਲੋਟਰੀ ਟਿਕਟ ਨਹੀਂ ਖਰੀਦੀ। ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ 2 ਵਾਰ ਲੋਟਰੀ ਖਰੀਦੀ ਅਤੇ ਦੋਵੇਂ ਵਾਰ ਉਸਦੀ ਕਿਸਮਤ ਅਜਿਹੀ ਸੀ ਕਿ ਉਸਨੇ ਪਹਿਲੀ ਵਾਰ 8 ਕਰੋੜ ਤੇ ਦੂਸਰੀ ਵਾਰ 16 ਕਰੋੜ ਜਿੱਤੇ ਨੇ ਔਰ 16 ਕਰੋੜ ਦੀ ਲੋਟਰੀ ਜਿੱਤਣ ਤੋਂ ਬਾਅਦ ਸਲੂਨ ਨੂੰ ਟੈਕਸ ਅਤੇ ਹੋਰ ਚਾਰਜ ਕੱਟ ਕੇ 12 ਕਰੋੜ ਰੁਪਏ ਮਿਲੇ, ਜਿਸ ਕਾਰਨ ਆਪਣਾ ਇੱਕ ਫੂਡ ਰੈਸਟੋਰੈਂਟ ਖੋਲਣ ਦੀ ਉਹ ਯੋਜਨਾ ਵੀ ਬਣਾ ਰਹੀ ਹੈ। ਦੱਖਣ ਅਮਰੀਕੀ ਦੇਸ਼ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ਦੇ ਵਿੱਚ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ 2 ਟ੍ਰੇਨਾਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ। ਹਾਦਸਾ ਵਾਪਰਦਿਆਂ ਹੀ ਬਹੁਤ ਜ਼ਿਆਦਾ ਮਾਹੌਲ ਗਮਗੀਨ ਹੋ ਗਿਆ। ਲੋਕਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਰ ਇਹ ਕੀ ਹੋਇਆ। ਚਾਰੇ ਪਾਸੇ ਭਗਦੜ ਮਚ ਗਈ। ਮੈਕਸੀਕੋ ਸਿਟੀ ਵਿੱਚ 2 ਮੈਟਰੋ ਟ੍ਰੇਨਾਂ 'ਚ ਜ਼ਬਰਦਸਤ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 57 ਲੋਕ ਜ਼ਖਮੀ ਹੋਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਨਸਲੀ ਹਮਲੇ ਦਾ ਸ਼ਿਕਾਰ ਹੋਏ ਸਿੱਖ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਕਰਵਾਏ ਗਏ ਯਾਦਗਾਰੀ ਸਮਾਗਮ ਦੇ ਵਿੱਚ ਸਰੀ ਦੇ ਮੇਅਰ ਨੇ 4 ਜਨਵਰੀ ਨੂੰ ਨਿਰਮਲ ਸਿੰਘ ਗਿੱਲ ਦਿਵਸ ਵਜੋਂ ਮਾਨਤਾ ਦੇ ਦਿੱਤੀ ਹੈ। 1998 ਚ ਮਾਰੇ ਗਏ ਗਿੱਲ ਦੀ 25ਵੀਂ ਬਰਸੀ ਮੌਕੇ ਮੇਅਰ ਨੇ ਇਹ ਐਲਾਨ ਕੀਤਾ। ਨੌਕਰੀ ਗਾਉਣ ਤੋਂ ਬਾਅਦ ਪ੍ਰੇਮੀ ਵੱਲੋਂ ਵੀ ਛੱਡ ਦਿੱਤੇ ਜਾਣ ਕਾਰਨ ਡਿਪਰੈਸ਼ਨ 'ਚ ਚਲੀ ਗਈ ਇੱਕ ਚੀਨੀ ਮੂਲ ਦੀ ਔਰਤ ਨੇ ਵੀ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਪਖਾਨੇ 'ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਖਮੀ ਔਰਤ ਨੂੰ ਇਲਾਜ ਦੇ ਲਈ ਸਫਦਰਗੰਜ ਹਸਪਤਾਲ ਭੇਜਿਆ ਗਿਆ। ਫਿਲਹਾਲ ਚੀਨੀ ਔਰਤ ਦੀ ਹਾਲਤ ਸਥਿਰ ਹੈ। ਉਸਨੇ ਕਿਸੇ ਤਿੱਖੀ ਚੀਜ਼ ਦੇ ਨਾਲ ਆਪਣੇ ਸਰੀਰ ਨੂੰ ਕਈ ਥਾਵਾਂ ਤੋਂ ਕੱਟ ਲਿਆ ਸੀ। ਔਰਤ ਸ਼ਨੀਵਾਰ ਦੇਰ ਰਾਤ ਬਹਿਰੀਨ ਤੋਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਤੇ ਪਹੁੰਚੀ ਸੀ, ਜਿੱਥੇ ਉਸਨੇ ਜਹਾਜ਼ ਬਦਲ ਕੇ ਮਲੇਸ਼ੀਆ ਜਾਣਾ ਸੀ ਔਰ ਉਸ ਫਲਾਈਟ ਦੇ ਵਿੱਚ ਸਵਾਰ ਹੋਣਾ ਸੀ। ਉਹ ਟਰਮੀਨਲ 3 ਤੇ ਸਥਿਤ ਇੱਕ ਪਖਾਨੇ 'ਚ ਗਈ, ਜਿੱਥੇ ਉਸਨੇ ਆਪਣੇ ਆਪ ਨੂੰ ਜ਼ਖਮੀ ਕੀਤਾ। ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਉਸਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸਦੀ ਹਾਲਤ ਹੁਣ ਸਥਿਰ ਹੈ। ਪੁਲਿਸ ਸੂਤਰਾਂ ਦੇ ਅਨੁਸਾਰ ਇਸ ਪੂਰੇ ਮਾਮਲੇ ਤੋਂ ਚੀਨ ਦੇ ਦੂਤਘਰ ਨੂੰ ਸੂਚਿਤ ਕੀਤਾ ਗਿਆ। ਪੁਲਿਸ ਦੇ ਮੁਤਾਬਕ ਔਰਤ ਨੇ ਦੱਸਿਆ ਕਿ ਹਾਲ ਦੇ ਵਿੱਚ ਉਸਦੀ ਨੌਕਰੀ ਚਲੀ ਗਈ। ਪ੍ਰੇਮੀ ਤੋਂ ਬ੍ਰੇਕਅਪ ਦੇ ਕਾਰਨ ਉਹ ਖੁਦਕੁਸ਼ੀ ਕਰਨਾ ਚਾਹੁੰਦੀ ਸੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਹਨਾਂ ਦੇ 15 ਕੈਬਨਿਟ ਮੰਤਰੀਆਂ ਨੂੰ ਦੇਸ਼ ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ 'ਚ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਇਹ ਦਾਅਵਾ ਬ੍ਰਿਟੇਨ ਵਿੱਚ ਕੀਤੇ ਗਏ ਇੱਕ ਵਿਸ਼ਲੇਸ਼ਣ ਦੇ ਆਧਾਰ ਤੇ ਕੀਤਾ ਜਾ ਰਿਹਾ। ਦਾ ਇੰਡੀਪੈਂਡੈਂਟ ਦਾ ਰਿਪੋਰਟ ਦੇ ਮੁਤਾਬਕ ਪੀਐਮ ਰਿਸ਼ੀ ਸੁਨਕ ਤੋਂ ਇਲਾਵਾ ਡਿਪਟੀ ਪੀਐਮ ਡੋਮਿਨਿਕ ਰੌਬ, ਸਿਹਤ ਸਕੱਤਰ ਸਟੀਵ ਬਰਕਲੇ, ਵਿਦੇਸ਼ ਸਕੱਤਰ ਜੇਮਸ, ਰੱਖਿਆ ਸਕੱਤਰ ਵੇਨ, ਵਪਾਰ ਸਕੱਤਰ ਗ੍ਰਾਂਟ ਜਿਹੜੇ ਆਦਿ ਨੇ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਮੈਂਬਰਾਂ ਤੇ ਆਉਣ ਵਾਲੀਆਂ ਚੋਣਾਂ 'ਚ ਹਾਰ ਦਾ
ਦਾ ਖਤਰਾ ਹੈ। ਬ੍ਰਿਟੇਨ ਵਿੱਚ 2024 ਦੇ ਦੌਰਾਨ ਹੋਣ ਵਾਲੀਆਂ ਆਮ ਚੋਣਾਂ ਦੇ ਲਈ ਕਰਵਾਏ ਗਏ ਇੱਕ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਚੋਣਾਂ ਦੇ ਵਿੱਚ 5 ਕੈਬਨਿਟ ਮੰਤਰੀ ਹੀ ਆਪਣੀਆਂ ਸੀਟਾਂ ਬਰਕਰਾਰ ਰੱਖ ਸਕਣਗੇ, ਜਿਨ੍ਹਾਂ ਵਿੱਚ ਜੇਰਮੀ ਹੰਟ, ਸੁਐਲਾ, ਮਾਈਕਲ ਨਦੀਮ ਕੇਮੀ ਸ਼ਾਮਲ ਨੇ। ਮੌਜੂਦਾ ਮੰਤਰੀ ਮੰਡਲ ਦੇ ਵਿੱਚ ਜ਼ਿਆਦਾਤਰ ਟੌਰੀ ਸੰਸਦ ਮੈਂਬਰਾਂ ਦੇ ਲਈ ਲੇਬਰ ਪਾਰਟੀ ਇੱਕ ਚੁਣੌਤੀ ਬਣ ਕੇ ਉੱਭਰ ਰਹੀ ਹੈ। ਹਾਲਾਂਕਿ ਕੁਝ ਟੌਰੀ ਮੈਂਬਰਾਂ ਨੂੰ ਦੂਜੀ ਪਾਰਟੀਆਂ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਦਾਹਰਨ ਦੇ ਲਈ ਰੌਬ ਆਸ਼ਰ ਅਤੇ ਵਾਲਟਨ ਚ ਲਿਬਰਲ ਤੋਂ ਹਾਰ ਸਕਦੇ ਨੇ, ਉੱਥੇ ਸਕਾਟਿਸ਼ ਸਕੱਤਰ ਅਲਸਟੀਅਰ ਜਿਹੜੇ ਨੇ ਉਹ ਵੀ ਹਾਰ ਸਕਦੇ ਨੇ। ਚਾਈਨਾ ਵਿੱਚ ਕੋਵਿਡ ਟੈਸਟ ਕਿੱਟਾਂ ਬਣਵਾਉਣ ਵਾਲੀ ਇੱਕ ਫੈਕਟਰੀ ਦੇ ਵਿੱਚ ਐਤਵਾਰ ਨੂੰ ਹਿੰਸਾ ਹੋਈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਤੇ ਦਵਾਈ ਦੇ ਡੱਬੇ ਸੁੱਟ ਦਿੱਤੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਲੋਕ ਨੌਕਰੀ ਤੋਂ ਕੱਢੇ ਜਾਣ ਅਤੇ ਸੈਲਰੀ ਨਾ ਮਿਲਣ ਤੇ ਗੁੱਸੇ 'ਚ ਸਨ। ਜਦੋਂ ਉਹਨਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਤੇ ਇਸ ਕਾਰਨ ਹਿੰਸਾ ਹੋਈ। ਰਿਪੋਰਟਾਂ ਦੇ ਮੁਤਾਬਕ ਚੌਂਕ ਗਿੰਗ ਸ਼ਹਿਰ ਵਿੱਚ ਕੋਵਿਡ ਟੈਸਟ ਕਿੱਟਾਂ ਬਣਾਉਣ ਵਾਲੀ ਜ਼ੈਬੀਓ ਕੰਪਨੀ ਨੇ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਤਨਖਾਹ ਵੀ ਨਹੀਂ ਦਿੱਤੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਦੀ ਫੈਕਟਰੀ ਦੇ ਬਾਹਰ ਸੁਰੱਖਿਆ ਕਰਮਚਾਰੀਆਂ ਨਾਲ ਝੜਪ ਹੋਈ। ਹਿੰਸਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਰੋਧ ਕਰ ਰਹੇ ਪੁਲਿਸ ਤੇ ਦਵਾਈਆਂ ਦੇ ਖਾਲੀ ਡੱਬੇ ਤੇ ਸਟੂਲ ਸੁੱਟ ਰਹੇ ਨੇ। ਪੁਲਿਸ ਵਾਲੇ ਭੱਜਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਹੈਲਮਟ ਅਤੇ ਸੁਰੱਖਿਆ ਉਪਕਰਨ ਪਹਿਨੇ ਹੋਏ ਨੇ। ਵੀਡੀਓ 'ਚ ਲੋਕਾਂ ਨੂੰ ਨਾਅਰੇਬਾਜ਼ੀ ਕਰਦੇ ਸੁਣਿਆ ਜਾ ਸਕਦਾ ਹੈ। ਉਹ ਕਹਿ ਰਹੇ ਨੇ ਕਿ ਸਾਡੇ ਪੈਸੇ ਵਾਪਸ ਕਰੋ। ਪੋਸਟ ਨੂੰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, ਇਹ ਜ਼ੀਰੋ ਕੋਵਿਡ ਪਾਲਿਸੀ ਨੂੰ ਹਟਾਉਣ ਦਾ ਨਤੀਜਾ ਹੈ। ਹੁਣ ਕਰੋਨਾ ਦੇ ਦੌਰ ਦੇ ਵਿੱਚ ਵਰਤੇ ਜਾਣ ਵਾਲੇ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਕਰਮਚਾਰੀਆਂ ਨੂੰ ਕੱਢ ਰਹੀਆਂ ਨੇ ਕਿਉਂਕਿ ਉਹਨਾਂ ਦੇ ਮੁਤਾਬਕ ਹੁਣ ਉਤਪਾਦਨ ਘੱਟ ਹੋਏਗਾ। ਇਸ ਲਈ ਕੰਪਨੀ 'ਚ ਜ਼ਿਆਦਾ ਲੋਕਾਂ ਦੀ ਜ਼ਰੂਰਤ ਨਹੀਂ ਹੈ। ਐਤਵਾਰ ਨੂੰ ਦਿਨ ਭਰ ਸੂਰਜ ਦੇਵ ਦੇ ਦਰਸ਼ਨ ਨਹੀਂ ਹੋਏ, ਜਿਸ ਕਾਰਨ ਠੰਡ ਦਾ ਕਹਿਰ ਜਾਰੀ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਬੀਤੀ ਰਾਤ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿੱਗਿਆ ਔਰ ਇਸ ਕਾਰਨ ਪੰਜਾਬ 'ਚ ਠੰਡ ਵੱਧ ਗਈ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 16 ਡਿਗਰੀ ਸੈਲਸੀਅਸ ਰਿਹਾ। ਇਸ ਕਾਰਨ ਠੰਡ ਦਾ ਅਹਿਸਾਸ ਲਗਾਤਾਰ ਵੱਧ ਰਿਹਾ ਔਰ ਇਸ ਤੋਂ ਪਹਿਲਾਂ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਸੀਗਾ। ਇਸ ਕਾਰਨ ਦਿਨ ਵੇਲੇ ਕੁਝ ਸਮੇਂ ਦੇ ਲਈ ਰਾਹਤ ਮਹਿਸੂਸ ਕੀਤੀ ਗਈ। ਕੰਮਕਾਜੀ ਲੋਕਾਂ ਨੂੰ ਕੰਬਦੇ ਹੋਏ ਘਰਾਂ ਤੋਂ ਬਾਹਰ ਆਉਣਾ ਪਿਆ, ਜਦੋਂ ਕਿ ਕਈ ਲੋਕ ਘਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਏ। ਠੰਡ ਦੇ ਮੌਸਮ ਦੇ ਕਾਰਨ ਸੂਪ ਅਤੇ ਗਰਮ ਪ੍ਰਭਾਵ ਵਾਲੀਆਂ ਵਸਤੂਆਂ ਦੀ ਵਿਕਰੀ ਵੱਧ ਗਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਦੁਪਹਿਰ ਤੱਕ ਧੁੰਦ ਰਹੀ। ਬਾਅਦ ਵਿੱਚ ਦੁਪਹਿਰ ਧੁੰਦ ਕੁਝ ਘਟੀ ਔਰ ਸ਼ਾਮ ਨੂੰ ਫਿਰ ਆਸਮਾਨ ਵਿੱਚ ਧੁੰਦ ਪੈਣੀ ਸ਼ੁਰੂ ਹੋਈ। ਵਾਹਨ ਚਾਲਕਾਂ ਨੂੰ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਅੱਗੇ ਲਿਜਾਣਾ ਪਿਆ। ਇਸ ਦੇ ਨਾਲ ਹੀ ਦਿਨੋ ਦਿਨ ਵੱਧ ਰਹੀ ਠੰਡ ਕਾਰਨ ਲੋਕਾਂ ਦੀ ਸਿਹਤ ਵੀ ਵਿਗੜਨ ਲੱਗੀ ਹੈ। ਠੰਡ ਕਾਰਨ ਲੋਕ ਘੱਟ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਨੇ। ਅਗਲੇ 5 ਦਿਨਾਂ ਤੱਕ ਫਾਜ਼ਿਲਕਾ 'ਚ ਸੰਘਣੀ ਧੁੰਦ ਤੇ ਠੰਡ ਪੈਣ ਦੀ ਸੰਭਾਵਨਾ ਹੈ। 10 ਜਨਵਰੀ ਨੂੰ ਜ਼ਿਲ੍ਹਾ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ। 11 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 6 ਡਿਗਰੀ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ। 12 ਜਨਵਰੀ ਨੂੰ ਘੱਟੋ-ਘੱਟ ਤਾਪਮਾਨ 11 ਡਿਗਰੀ, ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਰਹੇਗਾ। ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਹੈ ਤੇ ਸੰਘਣੀ ਧੁੰਦ ਦੀ ਸੰਭਾਵਨਾ ਲਗਾਤਾਰ ਜਿਹੜੀ ਹੈ ਉਹ ਵੱਧ ਰਹੀ ਹੈ। ਅਮਰੀਕਾ ਨੇ ਐਤਵਾਰ ਨੂੰ ਇੱਥੇ ਮਿਕਸਡ ਟੈਨਿਸ ਟੀਮ ਟੂਰਨਾਮੈਂਟ ਪਹਿਲੇ ਯੂਨਾਈਟਿਡ ਕੱਪ ਦੇ ਵਿੱਚ ਇਟਲੀ ਤੇ ਆਸਾਨ ਜਿੱਤ ਦੇ ਨਾਲ ਖਿਤਾਬ ਆਪਣੇ ਨਾਮ ਕੀਤਾ। ਦੁਨੀਆ ਦੇ 9ਵੇਂ ਨੰਬਰ ਦੇ ਖਿਡਾਰੀ ਟੇਲਰ ਫਰਟਜ਼ ਨੇ ਬੈਸਟ ਆਫ 5 ਮੁਕਾਬਲੇ ਦੇ ਤੀਜੇ ਮਦਰ ਸਿੰਗਲਜ਼ ਮੈਚ ਦੇ ਵਿੱਚ ਵਿੰਬਲਡਨ ਦੇ ਸਾਬਕਾ ਫਾਈਨਲਿਸਟ ਮਾਰਟੀਓ ਬਰੇਟੀਨੀ ਨੂੰ 7-6 ਨਾਲ ਹਰਾ ਕੇ ਅਮਰੀਕਾ ਨੂੰ 3-0 ਦੀ ਜੇਤੂ बढ़त ਦਿਵਾਈ। ਇਸ ਤੋਂ ਪਹਿਲਾਂ ਜੈਸਿਕਾ ਪੈਗੁਲੀ ਨੇ ਮਹਿਲਾ ਸਿੰਗਲਜ਼ ਵਿੱਚ ਮਾਰਟਿਨਾ ਟ੍ਰੈਵਿਸਨਾ ਨੂੰ 6-4, 6-2 ਨਾਲ ਹਰਾ ਕੇ ਅਮਰੀਕਾ ਨੂੰ 1-0 ਨਾਲ ਅੱਗੇ ਕੀਤਾ ਸੀ। ਅਮਰੀਕੀ ਓਪਨ 2022 ਦੇ ਸੈਮੀਫਾਈਨਲ ਵਿੱਚ ਥਾਂ ਬਣਾਉਣ ਵਾਲੇ ਫ੍ਰਾਂਸਿਸ ਟਿਆਫੋ ਨੇ ਅਮਰੀਕਾ ਦੀ बढ़त ਨੂੰ 2-0 ਕੀਤਾ, ਜਦ ਪਹਿਲਾ ਸੈੱਟ 2006 ਨਾਲ ਗੁਆਉਣ ਤੋਂ ਬਾਅਦ ਲਾਰੈਂਸ ਮੁਸੇਟੀ ਮੋਢੇ ਦੀ ਸੱਟ ਕਾਰਨ ਮੈਚ ਤੋਂ ਹਟ ਗਏ। ਬ੍ਰਿਟਿਸ਼ ਏਅਰਵੇਜ਼ ਨੇ 20 ਸਾਲ ਬਾਅਦ ਆਪਣੀ ਵਰਦੀ ਵਿੱਚ ਵੱਡਾ ਬਦਲਾਅ ਕੀਤਾ। ਹੁਣ ਕੈਬਿਨ ਕਰੂ ਦੀਆਂ ਔਰਤਾਂ ਹਿਜਾਬ ਤੋਂ ਲੈ ਕੇ ਸਕਰਟ ਤੱਕ ਸਭ ਕੁਝ ਪਹਿਨ ਸਕਦੀਆਂ ਨੇ। ਇਸ ਦੇ ਨਾਲ ਹੀ ਪੁਰਸ਼ਾਂ ਨੂੰ ਵੀ 3 ਪੀਸ ਸੂਟ ਪਹਿਨਣ ਦਾ ਵਿਕਲਪ ਦਿੱਤਾ ਗਿਆ। ਇਸ ਵਰਦੀ ਨੂੰ ਯੂਕੇ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਓਜ਼ਵਾਲਡ ਬੇਂਟਿੰਗ ਦੁਆਰਾ ਡਿਜ਼ਾਈਨ ਕੀਤਾ ਗਿਆ। ਨਵੀਂ ਵਰਦੀ ਕੁੱਲ 30,000 ਪੁਰਸ਼ ਅਤੇ ਮਹਿਲਾ ਸਟਾਫ ਮੈਂਬਰਾਂ ਲਈ ਬਣਾਈ ਗਈ ਹੈ। ਦੱਸ ਦੇਗੀ ਬੇਂਟਿੰਗ ਨੇ ਦੁਨੀਆ ਭਰ ਦੇ ਕਈ ਲਗਜ਼ਰੀ ਫੈਸ਼ਨ ਬ੍ਰਾਂਡਸ ਜਿਵੇਂ ਕਿ ਜ਼ਵੇਂਸ਼ੀ ਨਾਲ ਕੰਮ ਕੀਤਾ ਹੈ। ਉਹਨਾਂ ਨੇ ਬ੍ਰਿਟਿਸ਼ ਏਅਰਵੇਜ਼ ਪ੍ਰੋਜੈਕਟ ਤੇ 2018 ਚ ਕੰਮ ਕਰਨਾ ਸ਼ੁਰੂ ਕੀਤਾ ਸੀ। ਬੇਟਿੰਗ ਦੀ ਟੀਮ ਨੂੰ ਖੋਜ ਵਿੱਚ 3 ਸਾਲ ਲੱਗੇ। ਬੇਟਿੰਗ ਨੇ ਇਸ ਵਰਦੀ ਨੂੰ ਬਹੁਤ ਵਿਸਥਾਰ ਨਾਲ ਡਿਜ਼ਾਈਨ ਕੀਤਾ। ਬਟਨ, ਟਾਈ ਅਤੇ ਜੈਕਟਾਂ ਤੋਂ ਲੈ ਕੇ 에ਅਰਲਾਈਨ ਦੇ ਲੋਗੋ ਦੀ ਪਲੇਸਮੈਂਟ ਤੱਕ ਧਿਆਨ ਦਿੱਤਾ ਗਿਆ ਹੈ ਔਰ
ਇਸ ਦੇ ਨਾਲ ਸੰਪੂਰਨ ਵਰਦੀ 1500 ਸਟਾਫ ਦੇ ਨਾਲ 50 ਵਰਕਸ਼ਾਪਾਂ ਤੋਂ ਬਾਅਦ ਬਣਾਈ ਗਈ ਸੀ। ਬ੍ਰਿਟਿਸ਼ 에ਅਰਵੇਜ਼ ਦੀ ਮਹਿਲਾ ਸਟਾਫ ਨੂੰ ਵਰਦੀ ਵਿੱਚ ਕਈ ਵਿਕਲਪ ਦਿੱਤੇ ਗਏ ਨੇ। ਇਸ ਵਿੱਚ ਹਿਜਾਬ, ਜੰਪਸੂਟ, ਪਹਿਰਾਵਾ, ਸਕਰਟ ਅਤੇ ਟਰਾਊਜ਼ਰ ਸ਼ਾਮਲ ਨੇ। ਦੱਸ ਦੇਈਏ ਕਿ ਇੱਥੇ ਦੋ ਤਰ੍ਹਾਂ ਦੇ ਨਾਰਮਲ ਅਤੇ ਸਕਿਨ ਟਰਾਊਜ਼ਰ ਹੁੰਦੇ ਨੇ। ਜੰਪਸੂਟ ਦੀ ਜਾਂਚ ਪਹਿਲਾਂ ਮਹਿਲਾ ਚੈੱਕ-ਇਨ ਸਟਾਫ ਤੇ ਕੀਤੀ ਜਾਏਗੀ। ਇਸ ਤੋਂ ਬਾਅਦ ਸਾਲ ਦੇ ਮੱਧ ਵਿੱਚ ਕੈਬਿਨ ਕਰੂ ਦੀਆਂ ਔਰਤਾਂ ਇਸ ਨੂੰ ਪਹਿਨ ਸਕਣਗੀਆਂ। ਬ੍ਰਿਟਿਸ਼ 에ਅਰਵੇਜ਼ ਦੇ ਚੇਅਰਮੈਨ ਅਤੇ CEO ਸੀਨ ਡਾਇਲ ਨੇ ਕਿਹਾ ਕਿ ਵਰਦੀ ਸਾਡੇ ਵਿਲੱਖਣ ਬ੍ਰਾਂਡ ਦੀ ਪ੍ਰਤੀਨਿਧਤਾ ਹੈ। ਇਹ ਆਧੁਨਿਕ ਬ੍ਰਿਟੇਨ ਨੂੰ ਦਰਸਾਉਂਦਾ ਹੈ। ਅਸੀਂ ਸ਼ੁਰੂ ਤੋਂ ਹੀ ਆਪਣੇ ਸਟਾਫ ਬਾਰੇ ਸੋਚ ਰਹੇ ਹਾਂ। ਅਸੀਂ ਅਜਿਹੀ ਵਰਦੀ ਬਣਾਉਣਾ ਚਾਹੁੰਦੇ ਸੀ ਜਿਸ ਨੂੰ ਪਹਿਨ ਕੇ ਸਟਾਫ ਨੂੰ ਮਾਣ ਮਹਿਸੂਸ ਹੋਵੇ। 1500 ਸਾਥੀਆਂ ਦੀ ਮਦਦ ਦੇ ਨਾਲ ਅਸੀਂ ਇਸ ਵਰਦੀ ਨੂੰ ਲਾਂਚ ਕਰ ਰਹੇ ਹਾਂ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।